हाँ जी, साਰਿਆਂ ਨੂੰ ਸਤਿ ਸ਼੍ਰੀ ਅਕਾਲ। ਇਸ ਵੀਡੀਓ ਦੇ ਵਿੱਚ ਮੈਂ ਪੰਜਾਬੀ ਮਾਸਟਰ ਕੇਡਰ ਅਤੇ ਇਸ ਤੋਂ ਇਲਾਵਾ TGT ਪੰਜਾਬੀ ਐਂਡ ਅਦਰ ਐਗਜ਼ਾਮ ਜਿਨ੍ਹਾਂ ਦੇ ਵਿੱਚ ਵੀ ਪੰਜਾਬੀ ਲਿਟਰੇਚਰ ਦੇ ਵਿੱਚ ਕੁਐਸਚਨਸ ਆਉਂਦੇ ਨੇ ਉਹਨਾਂ ਦੇ ਲਈ ਜਿਹੜੀ ਕਿ ਵੀਡੀਓ ਯੂਜ਼ਫੁਲ ਹੋਵੇਗੀ, ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਕਹਾਣੀਕਾਰ ਨਿਰੰਗ ਸਿੰਘ ਜਿਹੜੇ ਕਿ ਇਹ PSCB ਦੀ ਬੁੱਕ ਹੈ ਜੋ 9th ਕਲਾਸ ਦੀ ਪੰਜਾਬੀ ਬਣ ਗਈ ਸੀ, ਉਸ ਦੇ ਵਿੱਚੋਂ ਕੰਟੈਂਟ ਲੈ ਕੇ ਆਈਆਂ ਤੁਹਾਡੇ ਲਈ। ਆਈ ਹੋਪ ਜਿਹੜੀ ਕਿ ਯੂਜ਼ਫੁਲ ਹੋਊਗਾ। ਇਸ ਤੋਂ ਇਲਾਵਾ ਇਸ ਕੰਟੈਂਟ ਤੋਂ ਇਲਾਵਾ ਜਿਹੜੀ ਕਿ ਇਸ ਦੇ ਪੁਸਤਕ ਦੇ ਵਿੱਚ ਦਰਜ ਮੁਰਕੀਆ ਕਹਾਣੀ ਦਾ ਜਿਹੜੇ ਕਿ ਸੰਖੇਪ ਦੇ ਵਿੱਚ ਸਾਰ ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ, ਅਤੇ ਪਲੱਸ MCQs ਆ ਜਿਹੜੇ ਕਿ ਨਿਰੰਗ ਸਿੰਘ ਦੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ। ਹਾਂਜੀ, ਨਿਰੰਗ ਸਿੰਘ ਜਿਹੜੇ ਕਿ ਇਹਨਾਂ ਦਾ ਟਾਈਮ ਪੀਰੀਅਡ ਹੈਗਾ, ਇਹਨਾਂ ਦਾ ਜਿਹੜੇ ਕਿ 1905 ਤੋਂ ਲੈ ਕੇ 1963 ਤੱਕ ਦਾ ਟਾਈਮ ਪੀਰੀਅਡ। ਕਹਾਣੀਕਾਰ ਨਿਰੰਗ ਸਿੰਘ। ਹਾਂਜੀ, ਅੱਗੇ ਨਿਰੰਗ ਸਿੰਘ ਦਾ ਜਨਮ ਜਿਹੜੇ ਕਿ 1905 ਈਸਵੀ ਨੂੰ ਮਾਤਾ ਸ਼੍ਰੀਮਤੀ ਭਗਵਾਨ ਕੌਰ, ਮਤਲਬ ਕਿ ਮਦਰ ਨੇਮ ਇਹਨਾਂ ਦੇ ਸ਼੍ਰੀਮਤੀ ਭਗਵਾਨ ਕੌਰ, ਅਤੇ ਪਿਤਾ ਸ਼੍ਰੀ ਪੂਰਨ ਸਿੰਘ ਦੇ ਘਰ ਚੱਕ ਨੰਬਰ 24 ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਦੇ ਵਿੱਚ ਹੋਇਆ। ਮਤਲਬ ਕਿ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ 1905 ਦੇ ਵਿੱਚ। ਅਤੇ ਨਿਰੰਗ ਸਿੰਘ ਨੇ ਜਿਹੜੀ ਕਿ ਆਪਣੀ ਮੁੱਢਲੀ ਵਿੱਦਿਆ 10ਵੀਂ ਤੱਕ ਖਾਲਸਾ ਹਾਈ ਸਕੂਲ ਲਾਇਲਪੁਰ ਤੋਂ ਜਿਹੜੀ ਕਿ ਹਾਸਿਲ ਕੀਤੀ ਆ। ਅਤੇ ਇਹਨਾਂ ਨੇ ਉਚੇਰੀ ਜਿਹੜੀ ਕਿ ਇਸ ਤੋਂ ਹਾਈ ਸਕੂਲ ਤੋਂ ਬਾਅਦ ਵਾਲੀ ਜੋ ਐਜੂਕੇਸ਼ਨ ਆ, ਧਾਰਮਿਕ ਵਿੱਦਿਆ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਗ੍ਰਹਿਣ ਕੀਤੀ। ਅਤੇ 1934 ਦੇ ਵਿੱਚ ਨਿਰੰਗ ਸਿੰਘ ਦੀ ਜਿਹੜੀ ਕਿ ਪਹਿਲੀ ਕਹਾਣੀ 1934 ਦੇ ਵਿੱਚ ਜਿਹੜੀ ਕਿ ਨਿਰੰਗ ਸਿੰਘ ਦੀ ਪਹਿਲੀ ਕਹਾਣੀ ਤਾਰੂ ਇਹਨਾਂ ਦੀ ਪਹਿਲੀ ਕਹਾਣੀ ਸੀ, ਜਿਹੜੀ ਕਿ ਗੁਰਬਖਸ਼ ਸਿੰਘ ਦੇ ਰਸਾਲੇ ਪ੍ਰੀਤਲੜੀ ਦੇ ਵਿੱਚ ਛਪੀ 1934 ਦੇ ਵਿੱਚ। ਅਤੇ 1939 ਤੋਂ ਲੈ ਕੇ 1947 ਤੱਕ 1939 ਤੋਂ ਲੈ ਕੇ 1947 ਤੱਕ ਨਿਰੰਗ ਸਿੰਘ ਸੰਸਾਰ ਪ੍ਰੀਤ ਮੰਡਲ ਦੇ ਮੈਂਬਰ ਵਜੋਂ ਜਿਹੜੀ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸੰਪਰਕ ਦੇ ਵਿੱਚ ਰਹੇ। ਮਤਲਬ ਕਿ 1939 ਤੋਂ ਲੈ ਕੇ 47 ਤੱਕ ਜਿਹੜੇ ਕਿ ਨਿਰੰਗ ਸਿੰਘ ਕਹਾਣੀਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸੰਪਰਕ ਦੇ ਵਿੱਚ ਰਹੇ ਅਤੇ ਪ੍ਰੀਤ ਮੰਡਲ ਦੇ ਜਿਹੜੇ ਕਿ ਮੈਂਬਰ ਰਹੇ। ਉਸ ਤੋਂ ਅੱਗੇ ਪ੍ਰੀਤਨਗਰ ਦੇ ਵਿੱਚ ਰਹਿੰਦੇ ਆ ਨਿਰੰਗ ਸਿੰਘ। ਇਹਨਾਂ ਨੇ ਜਿਹੜੇ ਕਿ ਪ੍ਰੀਤਲੜੀ ਉਰਦੂ ਅਤੇ ਪ੍ਰੀਤਲੜੀ ਸੈਨਿਕ ਸਪਤਾਹਿਕ ਦੇ ਸੰਪਾਦਕ ਰਹੇ। ਇੰਪੋਰਟੈਂਟ, ਪ੍ਰੀਤਲੜੀ ਉਰਦੂ ਅਤੇ ਪ੍ਰੀਤਲੜੀ ਸੈਨਿਕ ਸਪਤਾਹਿਕ ਦੇ ਜਿਹੜੇ ਕਿ ਇਹ ਸੰਪਾਦਕ ਰਹੇ ਨੇ। ਅਤੇ ਇਹਨਾਂ ਨੇ ਜਿਹੜੀ ਕਿ ਹਿਮਾਲਿਆ ਦੀ ਯਾਤਰਾ ਵੀ ਕੀਤੀ ਆ। ਨੈਕਸਟ, ਦੇਸ਼ ਦੀ ਜਦੋਂ ਵੰਡ ਹੋ ਗਈ ਉਸ ਤੋਂ ਬਾਅਦ ਜਿਹੜੇ ਕਿ ਨਿਰੰਗ ਸਿੰਘ ਪਿੰਡ ਸਵਾੜਾ ਤਹਿਸੀਲ ਖਰੜ ਦੇ ਵਿੱਚ ਇਹਨਾਂ ਨੂੰ ਜ਼ਮੀਨ ਹੈ ਜਿਹੜੀ ਕਿ ਅਲਾਟ ਹੋਈ, ਅਤੇ ਇੱਥੇ ਇਹਨਾਂ ਨੇ ਰਹਿਣਾ ਸ਼ੁਰੂ ਕੀਤਾ। ਅਤੇ 1954 ਤੋਂ ਲੈ ਕੇ 1963 ਤੱਕ 1954 ਤੋਂ ਲੈ ਕੇ 1963 ਤੱਕ ਕਮਿਊਨਿਟੀ ਪ੍ਰੋਜੈਕਟ ਵਿਭਾਗ ਪੰਜਾਬ ਦੇ ਵਿੱਚ ਨਿਰੰਗ ਸਿੰਘ ਇਹਨਾਂ ਨੇ ਜਿਹੜੀ ਕਿ ਨੌਕਰੀ ਕੀਤੀ। ਅਤੇ ਇਸੇ ਦੌਰਾਨ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੂੰ ਇਹ ਜਿਹੜੇ ਕਿ ਮਿਲੇ, ਅਤੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦੇ ਲੋਕ ਗੀਤ ਅਤੇ ਪੰਜਾਬ ਨਾਂ ਦੀਆਂ ਪੁਸਤਕਾਂ ਲਈ ਸਹਿਯੋਗ ਕੀਤਾ। ਮਤਲਬ ਕਿ 2 ਪੁਸਤਕਾਂ ਲਈ ਸਹਿਯੋਗ ਕੀਤਾ, ਪੰਜਾਬ ਦੇ ਲੋਕ ਗੀਤ ਅਤੇ ਪੰਜਾਬ ਨਾਂ ਦੀਆਂ ਪੁਸਤਕਾਂ ਦੇ ਲਈ ਜਿਹੜੀ ਕਿ ਸਹਿਯੋਗ ਕੀਤਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੂੰ ਕਹਾਣੀਕਾਰ ਨਿਰੰਗ ਸਿੰਘ ਨੇ। ਉਸ ਤੋਂ ਅੱਗੇ ਮੁੱਢਲੇ ਕਹਾਣੀਕਾਰਾਂ ਦੇ ਵਿੱਚ ਜਿਹੜੇ ਕਿ ਆਪ ਜੀ ਦਾ ਵਿਸ਼ੇਸ਼ ਸਥਾਨ ਨਾਂ ਜਿਹੜੇ ਕਿ ਸਥਾਨ ਰੱਖਦਾ। ਅਤੇ ਉਹਨਾਂ ਦੀਆਂ ਭੁੱਖੀਆਂ ਰੂਹਾਂ, ਬੋਝਲ ਪੰਡ, ਮਿਰਜ਼ੇ ਦੀ ਜੂਹ, ਬੂਹਾ ਖੁੱਲ੍ਹ ਗਿਆ, ਮਹਾਂਦਰੇ, ਅੰਨਾ ਖੂਹ ਜਿਹੜੇ ਕਿ ਬੱਚਿਆਂ ਲਈ ਆ। ਇਹ ਕਹਾਣੀ ਸੰਗ੍ਰਹਿ ਇਹਨਾਂ ਦੇ ਜਿਹੜੇ ਕਿ ਵਰਣਨਯੋਗ ਨੇ। ਬੋਝਲ ਪੰਡ, ਭੁੱਖੀਆਂ ਰੂਹਾਂ, ਮਿਰਜ਼ੇ ਦੀ ਜੂਹ, ਬੂਹਾ ਖੁੱਲ੍ਹ ਗਿਆ, ਮਹਾਂਦਰਾ, ਅੰਨਾ ਖੂਹ, ਇਹ ਨੇ ਜਿਹੜੇ ਕਿ ਅੰਨਾ ਖੂਹ ਬੱਚਿਆਂ ਲਈ ਆ। ਇਹ ਮਤਲਬ ਕਿ ਇਹਨਾਂ ਦੇ ਕਹਾਣੀ ਸੰਗ੍ਰਹਿ ਨੇ। ਇਸ ਤੋਂ ਇਲਾਵਾ ਇਹਨਾਂ ਨੇ ਸਾਂਝ ਸਵੇਰ ਆ ਜਿਹੜੀ ਕਿ ਇਹਨਾਂ ਦਾ ਇਹ ਕਾਵਿ ਸੰਗ੍ਰਹਿ ਹੈਗਾ ਸਾਂਝ ਸਵੇਰ। ਅਤੇ ਨਾਵਲ ਹੈਗਾ ਮਿੰਦੋ ਜਿਹੜੇ ਕਿ ਨਾਵਲ ਆ ਨਿਰੰਗ ਸਿੰਘ ਦਾ। ਸਾਂਝ ਸਵੇਰ ਆ ਜਿਹੜੀ ਕਿ ਕਹਾਣੀ ਸੰਗ੍ਰਹਿ ਆ। ਮਤਲਬ ਕਿ ਇਹਨਾਂ ਨੇ ਕਹਾਣੀਆਂ ਤੋਂ ਇਲਾਵਾ ਜਿਹੜੀ ਕਿ ਬਾਕੀ ਰਚਨਾ ਵੀ ਕੀਤੀ, ਬਟ ਇਹ ਫੇਮਸ ਆ ਜਿਹੜੀ ਕਿ ਐਜ਼ ਏ ਕਹਾਣੀਕਾਰ ਹੋਏ। ਹੁਣ ਅੱਗੇ ਮੁਰਕੀਆਂ ਕਹਾਣੀਆਂ ਜਿਹੜੀ ਕਿ 9th ਦੇ ਵਿੱਚ ਦਰਜ ਹੈ। ਅਤੇ ਇਹ ਕਹਾਣੀ ਜਿਹੜੀ ਕਿ ਇਸ ਕਹਾਣੀ ਦੇ ਵਿੱਚ 2 ਭਰਾ ਨੇ, ਇੱਕ ਕਰੀਮੂ ਅਤੇ ਦੂਜਾ ਰਹੀਮੂ। ਮਤਲਬ ਕਿ ਇਸ ਦੇ ਵਿੱਚ 2 ਕਰੈਕਟਰ ਕਰੀਮੂ ਅਤੇ ਰਹੀਮੂ ਭਰਾ ਨੇ, ਅਤੇ ਉਹ ਸਦਾ ਖੇਡਣ ਦੇ ਵਿੱਚ ਜਿਹੜੀ ਕਿ ਆਪਣੀ ਮਸਤੀ ਦੇ ਵਿੱਚ ਰਹਿੰਦੇ ਨੇ। ਇਹ ਉਹਨਾਂ ਦੀ ਜਿਹੜੀ ਕਿ ਮਦਰ ਆ ਉਹ ਮੰਜੇ 'ਤੇ ਬਿਮਾਰ ਪਈ ਨੇ ਅਤੇ ਦਮ ਤੋੜ ਰਹੀ ਹੈ, ਪਰ ਉਹਨਾਂ ਨੂੰ ਜਿਹੜੀ ਕਿ ਕਿਸੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਉਹਨਾਂ ਦੀ ਮਦਰ ਆ ਜਿਹੜੀ ਕਿ ਬਿਮਾਰ ਨੇ। ਤਾਂ ਉਹਨਾਂ ਦਾ ਜਿਹੜੇ ਕਿ ਪਿਤਾ ਇਹਨਾਂ ਦੋਨਾਂ ਬੱਚਿਆਂ ਦਾ ਉਹ ਨਸ਼ੇੜੀ ਹੈ ਅਤੇ ਜੁਆਰੀ ਹੈ, ਜਿਹੜੇ ਕਿ ਜੂਏ ਦੇ ਵਿੱਚ ਸਭ ਕੁਝ ਹਾਰ ਚੁੱਕਿਆ ਸੀ। ਅਤੇ ਵਿਹਲੇ ਰਹਿਣ ਕਾਰਨ ਜਿਹੜੇ ਕਿ ਪਿੰਡ ਵਾਲੇ ਜਿਹੜੇ ਕਿ ਉਹਨਾਂ ਉੱਤੇ ਚੋਰੀਆਂ ਕਰਨ ਦਾ ਜਿਹੜੇ ਕਿ ਸ਼ੱਕ ਕਰਦੇ ਸੀ, ਡਾਊਟ ਕਰਦੇ ਰਹਿੰਦੇ ਸੀ, ਕਿਉਂਕਿ ਉਹ ਕੋਈ ਕੰਮ ਨਹੀਂ ਕਰਦੇ ਸੀ। ਅਤੇ ਬਿਮਾਰ ਪਈ ਮਾਂ ਜਿਹੜੀ ਕਿ ਦੋਹਾਂ ਭਰਾਵਾਂ ਨੂੰ ਦੱਸਦੀ ਹੈ ਕਿ ਉਹਨਾਂ ਦੇ ਕੰਨਾਂ ਦੇ ਵਿੱਚ ਪਾਈਆਂ ਜਿਹੜੀ ਕਿ ਮੁਰਕੀਆਂ ਨੇ ਉਹਦੇ ਬਾਪ ਦੀ ਨਿਸ਼ਾਨੀ ਹੈ। ਅਤੇ ਇਹ ਮੁਰਕੀਆਂ ਉਹ ਸਾਰੀ ਉਮਰ ਉਹ ਜਿਹੜੇ ਕਿ ਉਹਨਾਂ ਦੇ ਕੰਨਾਂ ਵਿੱਚ ਪਾਈਆਂ ਦੇਖਣੀਆਂ ਚਾਹੁੰਦਾ ਸੀ। ਮਤਲਬ ਕਿ ਉਹ ਮਦਰ ਹੈ ਜਿਹੜੇ ਕਿ ਆਪਣੇ ਬੱਚਿਆਂ ਨੂੰ ਦੱਸਦੇ ਕਿ ਇਹ ਜਿਹੜੀ ਉਹਨਾਂ ਦੇ ਕੰਨਾਂ ਦੇ ਵਿੱਚ ਮੁਰਕੀਆਂ ਪਾਈਆਂ ਹੋਈਆਂ ਨੇ ਉਹਨਾਂ ਦੇ ਫਾਦਰ ਦੀ ਜਿਹੜੀ ਕਿ ਨਿਸ਼ਾਨੀ ਹੈ। ਅਤੇ ਉਹਨਾਂ ਦੇ ਫਾਦਰ ਹਮੇਸ਼ਾ ਚਾਹੁੰਦੇ ਸੀ ਮਤਲਬ ਕਿ ਉਹਨਾਂ ਦੇ ਕੰਨਾਂ ਦੇ ਵਿੱਚ ਇਹ
ਪਾਈਆਂ ਰਹਿਣ। ਅਤੇ ਮਾਂ ਦੀ ਜਿਹੜੀ ਕਿ ਮੌਤ ਉਪਰੰਤ ਜਦੋਂ ਉਹਨਾਂ ਦੀ ਮਦਰ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਕਬਰ ਦੇ ਵਿੱਚ ਦਫਨ ਆਪਣੀ ਮਾਂ ਦੇ ਕੰਨਾਂ ਤੋਂ ਜਿਹੜੀ ਕਿ ਮੁਰਕੀਆਂ ਲਾ ਕੇ ਉਹਨੂੰ ਵੇਚਣ ਦੀ ਸੋਚਦੇ ਨੇ। ਮਤਲਬ ਕਿ ਉਹਨਾਂ ਦੀ ਮਦਰ ਜਿਹੜੀ ਕਿ ਬਿਮਾਰ ਸੀ, ਬਟ ਉਸ ਤੋਂ ਬਾਅਦ ਜਿਹੜੀ ਕਿ ਉਹਨਾਂ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਉਹਨੂੰ ਦਫਨਾਉਣ ਜਾਂਦੇ ਨੇ ਕਬਰ ਦੇ ਵਿੱਚ ਤਾਂ ਉਹ ਸੋਚਦੇ ਨੇ ਕਿ ਮਦਰ ਦੇ ਜਿਹੜੀ ਕਿ ਕੰਨਾਂ ਤੋਂ ਮੁਰਕੀਆਂ ਲਾ ਕੇ ਉਹ ਵੇਚੀਆਂ ਜਾਣ। ਅਤੇ ਜਦੋਂ ਕਬਰ ਪੁੱਟਣ ਲੱਗਦੇ ਨੇ ਤਾਂ ਉਹਨਾਂ ਨੂੰ ਜਿਹੜੀ ਕਿ ਆਪਣੀ ਮਾਂ ਦੀ ਨਸੀਹਤ ਯਾਦ ਆਉਂਦੀ ਹੈ ਅਤੇ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਕਿ ਇਸ ਨਸੀਹਤ ਦਾ ਬਹੁਤ ਜ਼ਿਆਦਾ ਗਹਿਰਾ ਅਸਰ ਹੁੰਦਾ ਅਤੇ ਉਹ ਆਪਣੇ ਮਾਂ ਦੇ ਕੰਨ ਦੀਆਂ ਮੁਰਕੀਆਂ ਜਿਹੜੇ ਕਿ ਬਿਨਾਂ ਉਤਾਰੇ ਹੀ ਆਪਣੇ ਘਰ ਵਾਪਸ ਆ ਜਾਂਦੇ ਨੇ। ਅਤੇ ਇਸ ਪ੍ਰਕਾਰ ਜਿਹੜੀ ਕਿ ਇਹ ਕਹਾਣੀ ਬੜੇ ਮਾਰਮਿਕ ਅੰਤ ਨਾਲ ਜਿਹੜੀ ਕਿ ਖਤਮ ਹੁੰਦੀ ਹੈ। ਮਤਲਬ ਕਿ ਸੰਖੇਪ ਦੇ ਵਿੱਚ ਜਿਹੜੀ ਕਿ ਕਹਾਣੀ ਦਾ ਸਾਰ ਦਿੱਤਾ ਹੋਇਆ ਜੋ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਹੁਣ ਮੈਂ ਤੁਹਾਨੂੰ ਜਿਹੜੇ ਕਿ MCQs ਕਰਵਾਉਂਦੀ ਹਾਂ ਨਿਰੰਗ ਸਿੰਘ ਕਹਾਣੀਕਾਰ ਦੇ। ਅਤੇ ਇਸ ਤੋਂ ਇਲਾਵਾ ਕੁਛ ਹੋਰ ਪੁਆਇੰਟਸ, ਜਿਵੇਂ ਕਿ ਨਿਰੰਗ ਸਿੰਘ ਹੈ ਜਿਹੜੇ ਕਿ ਪੇਂਡੂ ਜਨ ਸਮੂਹ ਦੇ ਜੀਵਨ ਦੀਆਂ ਥੂੜਾਂ ਅਤੇ ਪੂੰਜੀਵਾਦੀ ਜ਼ਬਰ ਇਹਨਾਂ ਦੀਆਂ ਕਹਾਣੀਆਂ ਦੇ ਜਿਹੜੇ ਕਿ ਵਿਸ਼ੇ ਨੇ। ਅਤੇ ਨਿਰੰਗ ਸਿੰਘ ਆ ਜਿਹੜੇ ਕਿ ਰੋਮਾਂਟਿਕ ਅਤੇ ਆਦਰਸ਼ਕ ਭਾਂਤ ਦੀ ਜਿਹੜੀ ਕਿ ਕਹਾਣੀਆਂ ਸਿਰਜਣ ਵਾਲੇ ਸਮਰੱਥ ਕਹਾਣੀਕਾਰ ਹੋਏ ਨੇ। ਅਤੇ ਜਿਹੜੀ ਕਿ ਨਿਰੰਗ ਸਿੰਘ ਦੀਆਂ ਕਹਾਣੀਆਂ ਦੇ ਵਿੱਚ ਯਥਾਰਥਵਾਦੀ ਦ੍ਰਿਸ਼ਟੀਕੋਣ ਅਪਣਾਉਂਦੇ ਹੋਏ ਪੇਂਡੂ ਕਾਮਿਆਂ ਅਤੇ ਕਿਸਾਨਾਂ ਦੀ ਜਿਹੜੀ ਕਿ ਸਮੱਸਿਆਵਾਂ ਨੂੰ ਇਹ ਪੇਸ਼ ਕਰਦੇ ਨੇ। ਹਾਂਜੀ, ਹੁਣ ਜਿਹੜੇ ਕਿ MCQ ਸਟਾਰਟ ਕਰਦੇ ਹਾਂ। ਫਸਟ ਹੈਗਾ ਕਿ ਮਿਰਜ਼ੇ ਦੀ ਜੂਹ ਦੇ ਵਿੱਚ ਜਿਹੜੀ ਕਿ ਕਹਾਣੀ ਸੰਗ੍ਰਹਿ ਦੇ ਵਿੱਚ ਕਿੰਨੀਆਂ ਕਹਾਣੀਆਂ ਜਿਹੜੀ ਕਿ ਦਰਜ ਨੇ, ਤਾਂ ਇਸ ਦੇ ਵਿੱਚ 11 ਜਿਹੜੀ ਕਿ ਕਹਾਣੀਆਂ ਦਰਜ ਨੇ। ਅਤੇ ਮਿਰਜ਼ੇ ਦੀ ਜੂਹ ਜਿਸ ਦਾ ਪ੍ਰਕਾਸ਼ਨ ਵਰ੍ਹਾ ਹੈਗਾ 1955 ਇਸ ਦਾ ਪ੍ਰਕਾਸ਼ਨ ਵਰ੍ਹਾ। ਨੈਕਸਟ ਆ ਨਿਰੰਗ ਸਿੰਘ ਕਹਾਣੀਆਂ ਦਾ ਜਿਹੜੀ ਕਿ ਵਾਤਾਵਰਣ ਕੀ ਹੈ। ਨਿਰੰਗ ਸਿੰਘ ਦੀਆਂ ਜ਼ਿਆਦਾਤਰ ਕਹਾਣੀਆਂ ਦਾ ਜਿਹੜੀ ਕਿ ਵਾਤਾਵਰਣ ਹੈਗਾ ਉਹ ਰੋਮਾਂਟਿਕ ਹੈ। ਨੈਕਸਟ ਕੁਐਸਚਨ ਹੈ ਕਿ ਮੁਰਕੀਆਂ ਕਹਾਣੀਆਂ ਦੇ ਜਿਹੜੇ ਕਿ ਪਾਤਰ ਕਿਹੜੇ ਨੇ, ਤਾਂ ਮੁਰਕੀਆਂ ਕਹਾਣੀਆਂ ਦੇ ਜਿਹੜੇ ਕਿ ਪਾਤਰ ਨੇ ਉਹਨੇ ਹੈਗੇ ਕਰੀਮੂ ਅਤੇ ਰਹੀਮੂ। ਅਤੇ ਨੈਕਸਟ MCQs ਹੈ ਜਿਹੜੇ ਕਿ ਪਹਿਲਾ ਕਹਾਣੀ ਸੰਗ੍ਰਹਿ। ਹੁਣ ਇੱਥੇ ਪਹਿਲਾ ਕਹਾਣੀ ਸੰਗ੍ਰਹਿ ਦੱਸਣਾ ਕਿ ਨਿਰੰਗ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ, ਤਾਂ ਉਹ ਹੈਗਾ ਭੁੱਖੀਆਂ ਰੂਹਾਂ ਜਿਹੜੇ ਕਿ ਪਹਿਲਾ ਕਹਾਣੀ ਸੰਗ੍ਰਹਿ ਹੈ। ਅਤੇ ਇਸ ਦਾ ਪ੍ਰਕਾਸ਼ਨ ਵਰ੍ਹਾ ਹੈਗਾ 1941 ਇਸ ਦਾ ਪ੍ਰਕਾਸ਼ਨ ਵਰ੍ਹਾ। ਨੈਕਸਟ ਹੈਗਾ ਬੋਝਲ ਪੰਡ ਦੇ ਵਿੱਚ ਜਿਹੜੇ ਕਿ ਕਿੰਨੀਆਂ ਕਹਾਣੀਆਂ ਦਰਜ ਨੇ, ਤਾਂ ਉਹ ਹੈਗੀਆਂ ਨੇ 14 ਕਹਾਣੀਆਂ ਜਿਹੜੀ ਕਿ ਦਰਜ ਨੇ ਬੋਝਲ ਪੰਡ ਦੇ ਵਿੱਚ। ਨੈਕਸਟ ਆ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੂੰ ਕਿਹੜੀਆਂ ਪੁਸਤਕ ਵਿੱਚ ਨਿਰੰਗ ਸਿੰਘ ਨੇ ਜਿਹੜੇ ਕਿ ਸਹਿਯੋਗ ਦਿੱਤਾ, ਤਾਂ ਉਹ ਜਿਹੜੇ ਕਿ ਦੋਨੋਂ ਪੁਸਤਕਾਂ ਦੇ ਵਿੱਚ ਸਹਿਯੋਗ ਦਿੱਤਾ ਸੀ, ਪੰਜਾਬ ਅਤੇ ਪੰਜਾਬ ਦੇ ਲੋਕ ਗੀਤ। ਦੈਨ ਜਿਹੜੇ ਕਿ ਰਾਈਟ ਆਪਸ਼ਨ ਬਣੂਗਾ ਦੋਵੇਂ। ਨੈਕਸਟ ਆ ਨਿਰੰਗ ਸਿੰਘ ਦਾ ਜਨਮ ਜਿਹੜੇ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਹੋਇਆ ਇਹ ਦੱਸਣਾ, ਤਾਂ ਉਹ ਹੋਇਆ ਸੀ ਜਨਮ ਹੋਇਆ ਸੀ ਇਹਨਾਂ ਦਾ ਪਾਕਿਸਤਾਨ ਦੇ ਵਿੱਚ, ਜ਼ਿਲ੍ਹਾ ਲਾਇਲਪੁਰ ਦੇ ਵਿੱਚ 1905 ਦੇ ਵਿੱਚ। ਅਤੇ ਨੈਕਸਟ ਆ ਨਿਰੰਗ ਸਿੰਘ ਨੇ ਜਿਹੜੇ ਕਿ ਕਿਸ ਦੇ ਪ੍ਰਭਾਵ ਅਧੀਨ ਜਿਹੜੀ ਕਿ ਕਹਾਣੀਆਂ ਲਿਖੀਆਂ ਨੇ, ਤਾਂ ਉਹ ਲਿਖੀਆਂ ਨੇ ਇਹਨਾਂ ਨੇ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪ੍ਰਭਾਵ ਦੇ ਅਧੀਨ ਲਿਖੀਆਂ ਨੇ ਕਹਾਣੀਆਂ। ਨੈਕਸਟ ਆ ਨਿਰੰਗ ਸਿੰਘ ਦੀਆਂ ਕਹਾਣੀਆਂ ਦੇ ਵਿੱਚ ਰੋਮਾਂਟਿਕ ਵੰਨਗੀ ਦੀਆਂ ਕਹਾਣੀਆਂ ਜਿਹੜੀ ਕਿ ਲਿਖਣ ਕਦੋਂ ਲੱਗਦਾ, ਉਹ ਦੇਸ਼ ਵੰਡ ਤੋਂ ਪਹਿਲਾਂ ਜਾਂ ਦੇਸ਼ ਵੰਡ ਤੋਂ ਬਾਅਦ। ਤਾਂ ਇਸ ਦਾ ਜਿਹੜੇ ਕਿ ਆਨਸਰ ਬਣਦਾ ਹੈਗਾ ਕਿ ਨਿਰੰਗ ਸਿੰਘ ਨੇ ਜਿਹੜੇ ਕਿ ਦੇਸ਼ ਵੰਡ ਤੋਂ ਬਾਅਦ ਜਿਹੜੇ ਕਿ ਕਹਾਣੀਆਂ ਲਿਖਣ ਸਟਾਰਟ ਕਰਦਾ ਇਹ ਰੋਮਾਂਟਿਕ। ਅੱਗੇ ਆ ਤਾਰੋ ਕਹਾਣੀ ਕਿਹੜੇ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਹੈ, ਤਾਂ ਤਾਰੋ ਕਹਾਣੀ ਜਿਹੜੀ ਕਿ ਆਪਾਂ ਨੇ ਦੱਸਣੀ ਕਿ ਕਿਸ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਹੈ, ਤਾਂ ਤਾਰੋ ਕਹਾਣੀ ਜਿਹੜੀ ਕਿ ਇਹ ਦਰਜ ਹੈਗੀਆਂ ਭੁੱਖੀਆਂ ਰੂਹਾਂ ਦੇ ਵਿੱਚ। ਭੁੱਖੀਆਂ ਰੂਹਾਂ ਜਿਹੜੇ ਕਿ ਫਸਟ ਕਹਾਣੀ ਸੰਗ੍ਰਹਿ ਆ, ਇਸ ਦੇ ਵਿੱਚ ਜਿਹੜੀ ਕਿ ਦਰਜ ਹੈ ਤਾਰੋ ਕਹਾਣੀਆਂ ਜਿਹੜੀ ਕਿ 1934 ਦੇ ਵਿੱਚ ਛਪੀ ਸੀ। ਅਤੇ ਦੇਸ਼ ਵੰਡ ਤੋਂ ਪਹਿਲਾਂ ਦੇ ਕਹਾਣੀ ਸੰਗ੍ਰਹਿ ਜਿਹੜੇ ਕਿ ਕਿੰਨੇ ਨੇ, ਦੇਸ਼ ਵੰਡ ਤੋਂ ਪਹਿਲਾਂ ਦੇ ਕਹਾਣੀ ਸੰਗ੍ਰਹਿ ਕਿੰਨੇ ਨੇ ਨਿਰੰਗ ਸਿੰਘ ਦੇ, ਤਾਂ ਉਹਨੇ 2। ਤਾਂ 2 ਕਿਹੜੇ ਨੇ ਤੁਸੀਂ ਇਹ ਵੀ ਦੇਖ ਸਕਦੇ ਹੋ, ਭੁੱਖੀਆਂ ਰੂਹਾਂ ਅਤੇ ਬੋਝਲ ਪੰਡ, ਇਹ ਦੇਸ਼ ਵੰਡ ਤੋਂ ਪਹਿਲਾਂ ਦੇ ਕਹਾਣੀ ਸੰਗ੍ਰਹਿ ਨੇ। ਅਤੇ ਅੱਗੇ ਨਿਰੰਗ ਸਿੰਘ ਦਾ ਨਾਵਲ। ਨਿਰੰਗ ਸਿੰਘ ਦਾ ਜਿਹੜਾ ਕਿ ਨਾਵਲ ਕਿਹੜਾ, ਇਹਨਾਂ ਦੇ ਵਿੱਚੋਂ ਚੁਣਨਾ ਕਿ ਨਿਰੰਗ ਸਿੰਘ ਦਾ ਨਾਵਲ ਕਿਹੜਾ, ਤਾਂ ਉਹ ਹੈਗਾ ਮਿੰਦੋ ਜਿਹੜੇ ਕਿ ਨਿਰੰਗ ਸਿੰਘ ਦਾ ਨਾਵਲ ਹੈ। ਅਤੇ ਬਾਕੀ ਸਾਰੀਆਂ ਕਿ ਇਹ ਔਖਾ ਪੰਧ, ਜਵਾਹਰ ਲਾਲ, ਮੇਰੇ ਨਾਨਕੇ ਕਹਾਣੀਆਂ ਨੇ। ਅੱਗੇ ਆ ਪੰਜਾਬੀ ਵਿੱਚ ਮੌਲਿਕ ਕਹਾਣੀ ਦੀ ਸਿਰਜਣਾ ਸਭ ਤੋਂ ਪਹਿਲਾਂ ਕਿਸ ਨੇ ਕੀਤੀ। ਇਹ ਕੁਐਸਚਨ ਵੈਸੇ ਬਹੁਤ ਕਨਫਿਊਜ਼ਨ ਵਾਲਾ ਕਿਉਂਕਿ ਅਲੱਗ-ਅਲੱਗ ਆਪਾਂ ਨੂੰ ਮਿਲਦੇ ਨੇ, ਕਿਸੇ ਬੁੱਕ ਦੇ ਵਿੱਚ ਕੁਛ, ਕਿਸੇ ਬੁੱਕ ਦੇ ਵਿੱਚ ਕੁਛ। ਅਤੇ ਇੱਥੇ ਮੈਂ ਇਹਨੂੰ ਚਰਨ ਸਿੰਘ ਸ਼ਹੀਦ ਜਿਹੜੇ ਕਿ ਟਿਕ ਕਰ ਰਹੀ ਹਾਂ। ਅਤੇ ਉਸ ਤੋਂ ਅੱਗੇ
ਨਿਰੰਗ ਸਿੰਘ ਦੀਆਂ ਪ੍ਰਸਿੱਧ ਕਹਾਣੀਆਂ ਦੱਸਣੀਆਂ ਨੇ ਵੀ ਨਿਰੰਗ ਸਿੰਘ ਦੀਆਂ ਜਿਹੜੀ ਕਿ ਪ੍ਰਸਿੱਧ ਕਹਾਣੀਆਂ ਕਿਹੜੀਆਂ ਨੇ ਵੀ ਤਾਰੋ ਆ ਜਾਂ ਹਾਰ ਜਿੱਤ ਆ ਜਾਂ ਮੁਰਕੀਆਂ ਜਾਂ ਕਿਹੜੀਆਂ ਨੇ ਇਹਨਾਂ ਦੇ ਵਿੱਚੋਂ। ਤਾਂ ਉਹ ਹੈਗੀਆਂ ਨੇ ਬੀ ਤੇ ਸੀ, ਹਾਰ ਜਿੱਤ ਤੇ ਮੁਰਕੀਆਂ। ਉਹਦੀਆਂ ਪਰ ਜਿਹੜੀ ਕਿ ਪ੍ਰਸਿੱਧ ਨਿੱਕੀਆਂ ਕਹਾਣੀਆਂ ਨੇ, ਪ੍ਰਸਿੱਧ ਨਿੱਕੀਆਂ ਕਹਾਣੀਆਂ। ਉਸ ਤੋਂ ਅੱਗੇ ਨਿਰੰਗ ਸਿੰਘ ਦਾ ਜਨਮ। ਤਾਂ ਨਿਰੰਗ ਸਿੰਘ ਦਾ ਜਨਮ ਹੈ ਜਿਹੜੀ ਕਿ ਕਦੋਂ ਹੋਇਆ, ਇਹ ਆਪਾਂ ਕਰ ਹੀ ਚੁੱਕੇ ਹਾਂ ਕਿ ਨਿਰੰਗ ਸਿੰਘ ਦਾ ਜਿਹੜੀ ਕਿ ਟਾਈਮ ਪੀਰੀਅਡ ਹੈਗਾ 1905 ਤੋਂ ਲੈ ਕੇ 1963 ਤੱਕ, ਅਤੇ ਇਹਨਾਂ ਦਾ ਜਨਮ ਹੋਇਆ 1905 ਦੇ ਵਿੱਚ। ਉਸ ਤੋਂ ਅੱਗੇ ਨਿਰੰਗ ਸਿੰਘ ਦੀ ਜਿਹੜੀ ਕਿ ਮੌਤ ਇਹਨਾਂ ਦੀ ਮੌਤ ਆ ਜਿਹੜੀ ਕਿ ਕਦੋਂ ਹੋਈ 1963 ਦੇ ਵਿੱਚ। ਨੈਕਸਟ ਆ ਭੁੱਖੀਆਂ ਰੂਹਾਂ। ਭੁੱਖੀਆਂ ਰੂਹਾਂ ਕਹਾਣੀ ਸੰਗ੍ਰਹਿ ਜਿਹੜੇ ਕਿ ਪਹਿਲਾ ਕਹਾਣੀ ਸੰਗ੍ਰਹਿ ਸੀ। ਇਸ ਦੇ ਵਿੱਚ ਕਿੰਨੀਆਂ ਕਹਾਣੀਆਂ ਦਰਜ ਨੇ, ਤਾਂ ਕਿੰਨੀਆਂ ਕਹਾਣੀਆਂ ਜਿਹੜੀ ਕਿ ਦਰਜ ਨੇ ਇਸ ਦੇ ਵਿੱਚ, ਤਾਂ ਉਹ ਹੈਗੀਆਂ ਨੇ ਜਿਹੜੀ ਕਿ 12 ਕਹਾਣੀਆਂ ਜਿਹੜੀ ਕਿ ਦਰਜ ਨੇ। ਗਲਤ ਟਿਕ ਲੱਗ ਗਿਆ ਮੇਰੇ ਤੋਂ। 12 ਕਹਾਣੀਆਂ ਜਿਹੜੀ ਕਿ ਦਰਜ ਨੇ ਭੁੱਖੀਆਂ ਰੂਹਾਂ ਦੇ ਵਿੱਚ। ਭੁੱਖੀਆਂ ਰੂਹਾਂ ਦੇ ਵਿੱਚ 12 ਕਹਾਣੀਆਂ ਦਰਜ ਨੇ। ਅਤੇ ਉਸ ਤੋਂ ਇਲਾਵਾ ਜਿਹੜੇ ਕਿ 14 ਕਹਾਣੀਆਂ ਦਰਜ ਨੇ ਬੋਝਲ ਪੰਡ ਦੇ ਵਿੱਚ। ਬੋਝਲ ਪੰਡ ਦੇ ਵਿੱਚ 14 ਕਹਾਣੀਆਂ ਦਰਜ ਨੇ, ਅਤੇ 11 ਕਹਾਣੀਆਂ ਨੇ ਮਿਰਜ਼ੇ ਦੀ ਜੂਹ ਦੇ ਵਿੱਚ। ਮਿਰਜ਼ੇ ਦੀ ਜੂਹ ਦੇ ਵਿੱਚ ਜਿਹੜੀ ਕਿ 11 ਕਹਾਣੀਆਂ ਨੇ। ਉਸ ਤੋਂ ਅੱਗੇ ਜਿਹੜੇ ਕਿ ਹੈਗਾ 18 ਕਹਾਣੀਆਂ। 18 ਕਹਾਣੀਆਂ ਦਰਜ ਨੇ ਬੂਹਾ ਖੁੱਲ੍ਹ ਗਿਆ। ਬੂਹਾ ਖੁੱਲ੍ਹ ਦੇ ਵਿੱਚ 18 ਕਹਾਣੀਆਂ ਨੇ। ਅੱਗੇ ਆ ਸਾਂਝ ਸਵੇਰ ਕੀ ਹੈ, ਤਾਂ ਸਾਂਝ ਸਵੇਰ ਹੈਗਾ ਕਾਵਿ ਸੰਗ੍ਰਹਿ। ਠੀਕ ਹੈ, ਕਾਵਿ ਸੰਗ੍ਰਹਿ ਸੀ ਇਹ। ਇਹਦਾ ਟਾਈਮ ਕੰਪਲੀਟ ਹੋ ਗਿਆ ਤਾਂ ਕਰਕੇ ਟਿਕ ਹੋ ਗਿਆ, ਅਤੇ ਇਹ ਕਾਵਿ ਸੰਗ੍ਰਹਿ ਆ ਨਿਰੰਗ ਸਿੰਘ ਦਾ। ਅੱਗੇ ਬੂਹਾ ਖੁੱਲ੍ਹ ਗਿਆ। ਬੂਹਾ ਖੁੱਲ੍ਹ ਗਿਆ, ਵੈਸੇ ਮੈਂ ਉੱਪਰ ਇਹ ਸਾਰਾ ਦੱਸਤਾ ਕਿ ਬੂਹਾ ਖੁੱਲ੍ਹ ਗਿਆ ਦੇ ਵਿੱਚ ਕਿੰਨੀਆਂ ਕਹਾਣੀਆਂ ਨੇ। ਤੁਸੀਂ ਲੱਲੇ ਤੋਂ ਯਾਦ ਰੱਖਣਾ, ਖੁੱਲ੍ਹ ਜਿਹੜੇ ਕਿ ਲੱਲਾ ਮਤਲਬ ਕਿ 8 ਵਰਗਾ, ਤਾਂ ਇਹ ਆਪਾਂ ਹੋ ਜਾਊਗਾ 18 ਕਹਾਣੀਆਂ ਦਰਜ ਨੇ ਬੂਹਾ ਖੁੱਲ੍ਹ ਗਿਆ ਦੇ ਵਿੱਚ। ਬੂਹਾ ਖੁੱਲ੍ਹ ਗਿਆ ਦੇ ਵਿੱਚ 18 ਕਹਾਣੀਆਂ ਨੇ। ਭੁੱਖੀਆਂ ਰੂਹਾਂ ਦੇ ਵਿੱਚ 12 ਕਹਾਣੀਆਂ ਨੇ, ਅਤੇ ਬੋਝਲ ਪੰਡ ਦੇ ਵਿੱਚ 14 ਕਹਾਣੀਆਂ ਨੇ। ਠੀਕ ਹੈ, ਮਿਰਜ਼ੇ ਦੀ ਜੂਹ ਦੇ ਵਿੱਚ 11 ਕਹਾਣੀਆਂ ਨੇ। ਉਸ ਤੋਂ ਅੱਗੇ ਨਿਰੰਗ ਸਿੰਘ ਦੀ ਪਹਿਲੀ ਕਹਾਣੀ ਕਦੋਂ ਅਤੇ ਕਿਸ ਦੇ ਵਿੱਚ ਛਪੀ ਹੈ, ਅਤੇ 1934 ਦੇ ਵਿੱਚ ਪ੍ਰੀਤਲੜੀ ਰਸਾਲੇ ਦੇ ਵਿੱਚ ਛਪੀ ਆ। ਅਤੇ ਇਸ ਤੋਂ ਇਲਾਵਾ ਜਿਹੜੇ ਕਿ ਨਿਰੰਗ ਸਿੰਘ ਪ੍ਰੀਤਨਗਰ ਦੇ ਵਿੱਚ ਰਹਿੰਦਿਆਂ ਹੋਇਆ ਪ੍ਰੀਤਲੜੀ ਉਰਦੂ ਦੇ ਪ੍ਰੀਤਲੜੀ ਸੈਨਿਕ ਸਪਤਾਹਿਕ ਦੇ ਜਿਹੜੇ ਸੰਪਾਦਕ ਰਹੇ ਨੇ। ਅੱਗੇ ਨਿਰੰਗ ਸਿੰਘ ਦੀ ਪਹਿਲੀ ਕਹਾਣੀ, ਤਾਂ ਨਿਰੰਗ ਸਿੰਘ ਦੀ ਜਿਹੜੀ ਕਿ ਪਹਿਲੀ ਕਹਾਣੀ ਹੈਗੀ ਆ ਤਾਰੋ। ਇਸ ਤੋਂ ਇਲਾਵਾ ਕੁਛ ਕਹਾਣੀ ਨੇ ਜਿਹੜੀ ਕਿ ਹੋਰ ਕਰੈਕਟਰ, ਜਿਵੇਂ ਤਾਰੋ ਜਿਹੜੀ ਇਹ ਕਿਸ ਕਹਾਣੀ ਦਾ ਕਰੈਕਟਰ ਆ। ਤਾਰੋ ਜਿਹੜੀ ਕਿ ਤਾਰੋ ਕਹਾਣੀ ਦਾ ਕਰੈਕਟਰ ਹੈ। ਇਸ ਤੋਂ ਇਲਾਵਾ ਤਾਰੋ ਦੇ ਨਾਲ ਜਿਹੜੇ ਕਿ ਇੱਕ ਜਿਉਣਾ, ਇਹ ਕਹਾਣੀ ਇਸ ਦੇ ਵਿੱਚ ਪਾਤਰ ਹੈ। ਅਤੇ ਸੀਬੋ ਤੇ ਪ੍ਰੀਤੋ ਜਿਹੜੀ ਕਿ ਸਦਰਾਂ ਦੇ ਬੇਰ ਜਿਹੜੀ ਕਿ ਕਹਾਣੀ ਦੇ ਜਿਹੜੇ ਕਿ ਪਾਤਰ ਨੇ ਸੀਬੋ ਤੇ ਪ੍ਰੀਤੋ। ਅਤੇ ਕਿਰਪੂ ਜਿਹੜਾ ਕਿ ਪਾਤਰ ਹੈਗਾ ਇਹ ਢਲ ਦੇ ਪਰਛਾਵੇਂ। ਕਿਰਪੂ ਹੈਗਾ ਢਲ ਦੇ ਪਰਛਾਵੇਂ ਜਿਹੜੇ ਕਿ ਕਹਾਣੀ ਦਾ ਪਾਤਰ ਆ, ਇਹ ਕਰੈਕਟਰ ਆ। ਅਤੇ ਢਲ ਦੇ ਪਰਛਾਵੇਂ ਜਿਹੜੀ ਕਿ ਬੋਝਲ ਪੰਡ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਹੈ, ਅਤੇ ਸਦਰਾਂ ਦੇ ਬੇਰ ਆ ਜਿਹੜੀ ਕਿ ਭੁੱਖੀਆਂ ਰੂਹਾਂ ਦੇ ਵਿੱਚ ਦਰਜ ਹੈ। ਅਤੇ ਇੱਕ ਜਲਾਵਤਨ ਜਿਹੜੀ ਕਿ ਕਹਾਣੀ ਦਾ ਕਰੈਕਟਰ ਹੈਗਾ ਵਿਜੇ ਬੰਧੂ। ਅਤੇ ਜਿਹੜੇ ਕਿ ਜਲਾਵਤਨ ਹੈ ਇਹ ਨਾਵਲ ਵੀ ਹੈ। ਜਲਾਵਤਨ ਹੈ ਜਿਹੜੀ ਕਿ ਕਹਾਣੀ ਤਾਂ ਹੈਗੀ ਆ ਨਿਰੰਗ ਸਿੰਘ ਦੀ, ਇਹ ਕਹਾਣੀ ਤਾਂ ਨਿਰੰਗ ਸਿੰਘ ਦੀ ਹੈ। ਅਤੇ ਇਹ ਜਲਾਵਤਨ ਹੈ ਜਿਹੜੀ ਕਿ ਨਾਵਲ ਹੈਗਾ ਅਮ੍ਰਿਤਾ ਪ੍ਰੀਤਮ ਦਾ। ਜਲਾਵਤਨ ਨਾਵਲ ਅਮ੍ਰਿਤਾ ਪ੍ਰੀਤਮ ਦਾ। ਕਹਾਣੀ ਜਿਹੜੀ ਕਿ ਨਿਰੰਗ ਸਿੰਘ ਦੀ ਆ। ਹਾਂਜੀ, ਇਹ ਸੀ ਮੈਂ ਜੋ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ। ਆਈ ਹੋਪ ਤੁਹਾਨੂੰ ਜਿਹੜੀ ਕਿ ਵੀਡੀਓ ਪਸੰਦ ਆਈ ਹੋਊਗੀ। ਥੈਂਕਸ।